ਪਹਿਲਾਂ ਤਾਂ ਖਾਸ ਤੌਰ ਤੇ ਤੁਹਾਨੂੰ ਤੇ ਸਾਰੇ ਲੁਧਿਆਣੇ ਸ਼ਹਿਰ ਵਾਲਿਆਂ ਨੂੰ ਮੇਰੇ ਵੱਲੋਂ ਸਰਦਾਰ ਅਮਰੀਕ ਸਿੰਘ ਜੀ ਢਿੱਲੋਂ ਸਾਹਿਬ ਐਮਐਲਏ ਸਾਹਿਬ ਖੜੇ ਆ, ਸਾਡੇ ਮਹਾਨ ਨੇਤਾ ਜਿਹੜੇ ਅੱਜ ਆਪ ਜਾ ਕੇ ਫਲਾਈਟ ਦੇ ਵਿੱਚ ਪਹਿਲੀ ਟਿਕਟ ਜਿਹੜੀ ਆ ਇਹਨਾਂ ਨੇ ਆਪ ਲਈ, ਸਾਡੇ ਜਨਰਲ ਸੈਕਟਰੀ ਸਾਹਿਬ ਨੇ, ਤੇ ਆਪ ਫਲਾਈਟ 'ਚੋਂ ਆਏ, ਇਹਨਾਂ ਨੂੰ ਵੀ ਮੁਬਾਰਕਾਂ। ਤੇ ਖਾਸ ਤੌਰ ਤੇ ਲੁਧਿਆਣੇ ਨੂੰ ਬਹੁਤ ਵੱਡੇ ਚਿਰ ਤੋਂ ਉਡੀਕ ਸੀ, 3 ਸਾਲ ਤੋਂ ਦੁਬਾਰਾ ਫਲਾਈਟ ਹੋ ਗਏ ਸੀ ਬੰਦ ਹੋਏ ਨੂੰ, ਪਰ ਜਦੋਂ ਦੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਆ, ਚੀਫ ਮਿਨਿਸਟਰ ਬਣੇ ਆ, ਅਸੀਂ ਸਾਰੇ ਲੁਧਿਆਣੇ ਵਾਲਿਆਂ ਕੋਲ ਬਾਰ-ਬਾਰ ਜਾ ਕੇ ਉਹਨਾਂ ਨੂੰ ਕਿਹਾ ਸੀ ਵੀ ਉਡਾਨ ਦੇ ਤਹਿਤ ਖਾਸ ਤੌਰ ਤੇ ਬਿਡਿੰਗ ਹੋਈ ਆ ਤੇ ਉਹਦੇ ਵਿੱਚ ਲੁਧਿਆਣਾ ਦੇ ਲਈ 에ਅਰਲਾਈਨਸ ਨੇ ਤੇ ਖਾਸ ਤੌਰ ਤੇ 에ਅਰ ਡੈਕਨ ਨੇ, ਦੋਨਾਂ ਨੇ ਬਿਡਿੰਗ 'ਚ ਦੋਨੋਂ ਲੁਧਿਆਣੇ ਦੀਆਂ ਉਹਨਾਂ ਨੇ ਫਲਾਈਟਾਂ ਦਾ ਰੂਟ ਆ ਜਿਹੜਾ ਉਹਨਾਂ ਨੇ ਹਾਸਲ ਕੀਤਾ, ਪਰ ਐਗਰੀਮੈਂਟ ਜਿਹੜਾ ਹੈ ਉਹ ਸੈਂਟਰ ਗਵਰਨਮੈਂਟ ਨਾਲ ਸਾਈਨ ਨਹੀਂ ਹੋ ਰਿਹਾ। ਤੇ ਉਦੋਂ ਹੀ ਕੈਪਟਨ ਅਮਰਿੰਦਰ ਸਿੰਘ ਨੇ, ਜਿਹੜੇ ਉਹਨਾਂ ਦੇ ਪ੍ਰਿੰਸੀਪਲ ਸੈਕਟਰੀ ਨੇ ਤੇ ਸਿਵਲ ਏਵੀਏਸ਼ਨ ਦੇ ਸੈਕਟਰੀ ਨੇ ਤੇਜਵੀਰ ਸਿੰਘ, ਉਹਨਾਂ ਦੀ ਡਿਊਟੀ ਲਾਈ, ਉਹਨਾਂ ਨੂੰ ਹੁਕਮ ਕੀਤਾ ਵੀ ਜਲਦੀ ਤੋਂ ਜਲਦੀ ਇਹ ਸੈਂਟਰ ਗਵਰਨਮੈਂਟ ਨਾਲ ਐਗਰੀਮੈਂਟ ਸਾਈਨ ਕਰੋ। ਤੇ ਉਦੋਂ ਹੀ ਇਹ ਫੈਸਲਾ ਹੋ ਗਿਆ ਵੀ ਹੁਣ ਆਸ ਵੱਜ ਗਈ ਵੀ ਇਹ ਫਲਾਈਟ ਸ਼ੁਰੂ ਹੋ ਜਾਏਗੀ, ਲਗਾਤਾਰ ਦਿੱਲੀ ਉਹ ਤੇ ਚੰਡੀਗੜ੍ਹ ਆਉਂਦੇ ਰਹੇ ਤੇ ਹੁਣ ਇਹ ਫੈਸਲਾ ਹੋਇਆ। ਤੁਸੀਂ ਕਹਿ ਰਹੇ ਹੋ ਵੀ ਫਲਾਈਟ, ਕਈ ਇਹ ਡਰ ਜ਼ਾਹਿਰ ਕਰ ਰਿਹਾ ਵੀ ਫਲਾਈਟ ਪਹਿਲਾਂ ਵੀ ਚੱਲੀ ਆ ਹੁਣ ਬੰਦ ਨਾ ਹੋ ਜੇ। ਪਹਿਲੀ ਗੱਲ ਤਾਂ ਕਦੇ 70 ਸੀਟਰ ਪਲੇਨ ਪਹਿਲਾਂ ਆਇਆ ਹੀ ਨਹੀਂ ਸੀ, ਪਹਿਲਾਂ ਬਹੁਤ ਛੋਟਾ ਆਉਂਦਾ ਸੀ ਤੇ ਖਾਸ ਤੌਰ ਤੇ ਉਰੇ ਉਹ ਪ੍ਰਬੰਧ ਨਹੀਂ ਸੀਗੇ। ਜਦੋਂ ਵੀ ਤੁਹਾਨੂੰ ਪਤਾ ਫਸਲਾਂ ਤੋਂ ਬਾਅਦ ਚਾਹੇ ਮਨਾਹੀ ਆ, ਪਰ ਫਿਰ ਵੀ ਖੇਤਾਂ 'ਚ ਜਦੋਂ ਕਿਸਾਨ ਅੱਗ ਲਾ ਦਿੰਦੇ ਆ ਉਹਨਾਂ ਨੂੰ, ਆਪਣਾ ਜਿਹੜੀ ਝੋਨੇ ਨੂੰ, ਵੇਸਟ ਨੂੰ, ਵਿਜ਼ੀਬਿਲਟੀ ਉਦੋਂ ਘਟ ਜਾਂਦੀ ਹੈ ਤੇ ਉਦੋਂ ਫਲਾਈਟ ਕੈਂਸਲ ਹੋ ਜਾਂਦੀ ਹੈ, ਜਦੋਂ ਧੁੰਦ ਹੁੰਦੀ ਹੈ ਉਦੋਂ ਕੈਂਸਲ ਹੋ ਜਾਂਦੀ ਹੈ। ਤੇ ਹੁਣ ਖਾਸ ਤੌਰ ਤੇ ਉਹ ਪ੍ਰਬੰਧ ਉਰੇ ਹੋ ਚੁੱਕੇ ਆ, ਉਹ ਜਿਹੜਾ ਹੈ ਉਹ ਮਸ਼ੀਨਰੀ ਲੱਗ ਚੁੱਕੀ ਹੈ ਜਿਹਦੇ ਨਾਲ ਵਿਜ਼ੀਬਿਲਟੀ ਦੀ, ਅੱਜ ਹੀ ਮੈਂ ਪਾਇਲਟ ਸਵਾਨਾਂ ਨਾਲ ਗੱਲ ਕਰ ਰਿਹਾ ਸੀ ਵੀ ਕੋਈ ਹੁਣ ਸਾਨੂੰ ਵਿਜ਼ੀਬਿਲਟੀ ਦੀ ਪ੍ਰੋਬਲਮ ਨਹੀਂ ਗਈ। ਦੂਜੀ ਗੱਲ, ਜਦੋਂ ਵੀ 50% ਤੋਂ ਸੀਟਾਂ ਘੱਟ ਹੋ ਜਾਂਦੀਆਂ ਸੀ ਤੇ ਉਦੋਂ 에ਅਰਲਾਈਨ ਨੂੰ ਘਾਟਾ ਪੈਣ ਲੱਗ ਜਾਂਦਾ ਸੀ ਤੇ ਇਸ ਕਰਕੇ ਇਹ ਫੈਸਲਾ ਕੀਤਾ ਸੈਂਟਰ ਤੇ ਸਟੇਟ ਗਵਰਨਮੈਂਟ ਨੇ ਮਿਲ ਕੇ ਵੀ ਜੇ 50% ਤੋਂ ਸੀਟਾਂ ਜਿੱਦਣ ਬੁਕਿੰਗ ਘੱਟ ਹੋਏਗੀ, ਸਵਾਰੀਆਂ ਮੁਸਾਫਰ ਘੱਟ ਹੋਣਗੇ, ਉਹ 50% ਤੋਂ ਜਿੰਨੀਆਂ ਵੀ ਸੀਟਾਂ ਘਟਣਗੀਆਂ ਉਹ 'ਚ 80% ਉਹ ਸੈਂਟਰ ਗਵਰਨਮੈਂਟ ਸ਼ੇਅਰ ਪਾਏਗੀ, 20% ਸ਼ੇਅਰ ਆ ਜਿਹੜਾ ਉਹ ਸਟੇਟ ਗਵਰਨਮੈਂਟ ਪਾਏਗੀ। ਇਹ ਕੈਪਟਨ ਅਮਰਿੰਦਰ ਸਿੰਘ ਜੀ ਨੇ ਇਹ ਐਗਰੀਮੈਂਟ ਸਾਈਨ ਕੀਤਾ ਤੇ ਹੁਣ ਘਾਟੇ ਵਾਲੀ ਕੋਈ ਗੱਲ ਨਹੀਂ ਰਹੀ, ਵਿਜ਼ੀਬਿਲਟੀ ਵਾਲੀ ਕੋਈ ਗੱਲ ਨਹੀਂ ਰਹੀ। ਤੀਜੀ ਗੱਲ, ਜਿੰਨਾ ਵੀ ਖਰਚਾ ਉਰੇ ਸਿਕਿਉਰਿਟੀ ਦਾ ਖਰਚਾ ਹੈ, ਕਿਉਂਕਿ ਨਹੀਂ CSF ਲਾਉਣੀ ਪੈਂਦੀ ਆ, ਉਹਦਾ ਖਰਚਾ ਹੁੰਦਾ, ਪਰ ਇਹ ਖਾਸ ਤੌਰ ਤੇ ਪੰਜਾਬ ਪੁਲਿਸ ਨੇ ਤੇ ਇਹ ਸਾਰੇ ਆਪਣੀ ਜ਼ਿੰਮੇਵਾਰੀ ਲਈ ਆ, ਉਹ ਇਹ ਖਰਚਾ ਸਾਰਾ ਆਪ ਸਹਿਣਗੇ ਸਟੇਟ ਗਵਰਨਮੈਂਟ। ਜਿੰਨਾ 5 ਟੈਂਡਰਸ ਨੇ, ਜਿੰਨੇ 5 ਬ੍ਰਿਗੇਡਸ ਦੀ ਲੋੜ ਆ, ਮੁਲਾਜ਼ਮਾਂ ਦੀ ਲੋੜ ਆ, ਉਹ ਖਰਚਾ ਪੰਜਾਬ ਸਰਕਾਰ ਸਹੇਗੀ। ਤੇ ਇਸ ਕਰਕੇ ਕੁੱਲ ਮਿਲਾ ਕੇ ਦੋਨੋਂ ਗਵਰਨਮੈਂਟਾਂ ਨੇ ਜਦੋਂ ਆਪਸ ਵਿੱਚ ਸੰਧੀ ਇਸ ਗੱਲ ਦੀ ਕੀਤੀ ਆ, ਫੈਸਲਾ ਕੀਤਾ ਤੇ ਇਹ ਫਲਾਈਟ ਸ਼ੁਰੂ ਹੋਈ ਆ ਤੇ ਅਗਲੇ ਮਹੀਨੇ ਜਿਹੜੀ 에ਅਰ ਡੈਕਨ ਦੀ ਫਲਾਈਟ ਆ ਉਹ ਵੀ ਸ਼ੁਰੂ ਹੋ ਜਾਏਗੀ। ਤੇ ਉਦੋਂ ਅਸੀਂ ਟਾਈਮਿੰਗ ਦੀ ਜਿਹੜੀ ਗੱਲ ਆ, ਕੋਈ ਦਿੱਕਤ ਆ ਰਹੀ ਆ ਵੀ ਕਈਆਂ ਦਾ ਇਹ ਹੈ ਵੀ ਟਾਈਮ ਆ ਜਿਹੜਾ ਉਹ ਸਵੇਰ ਦਾ ਹੋਣਾ ਚਾਹੀਦਾ, ਉਹ ਟਾਈਮ ਇੱਕ ਨੂੰ ਫਿਰ ਅਸੀਂ ਸਵੇਰੇ ਕਰ ਲਾਂਗੇ, ਇੱਕ ਸ਼ਾਮ ਕਰ ਲਾਂਗੇ ਤੇ ਇਹਦੇ ਨਾਲ ਬਹੁਤ ਵੱਡਾ ਬੂਮ ਤੁਸੀਂ ਦੇਖੋਗੇ, ਖਾਸ ਤੌਰ ਤੇ ਇੰਡਸਟਰੀ, ਬਿਜ਼ਨਸ। ਖਾਸ ਤੌਰ ਤੇ ਕਿਉਂ ਦਿੱਕਤ ਆਉਂਦੀ ਸੀ, ਕਿਉਂਕਿ ਇੰਡਸਟਰੀ ਵਾਲੇ ਤਾਂ ਬੇਸ਼ੱਕ ਸਾਡੇ ਲੁਧਿਆਣੇ ਵਾਲੇ ਬਾਹਰ ਚਲੇ ਜਾਂਦੇ ਸੀ, ਪਰ ਜਿਹੜਾ ਬਾਇਰ ਆ, ਜਿਹੜਾ ਖਰੀਦਦਾਰ ਆ, ਜਿਹਨੇ ਹਰ ਦੁਨੀਆ ਦੇ ਕੋਨੇ ਤੋਂ ਆਉਣਾ, ਉਹ ਦਿੱਲੀ ਤੋਂ ਅੱਗੇ ਨਹੀਂ ਆਉਂਦਾ ਸੀ। ਇਹਦੇ ਜਹਾਜ਼ ਨਾਲ ਆਉਣ ਨਾਲ ਜਿਹੜਾ ਬਾਇਰ ਆ ਆਪ ਆ ਕੇ ਸਿੱਧੀ ਇੰਡਸਟਰੀ ਵਾਲਿਆਂ ਨਾਲ ਗੱਲ ਕਰ ਸਕਦਾ ਹੈ, ਇਹਨਾਂ ਨੂੰ ਮਿਲ ਸਕਦਾ। ਦੂਜਾ, ਅੱਜ ਹਰ ਦੇ ਬੱਚੇ, ਅੱਜ ਬੱਚੇ ਮੈਂ ਸਮਝਦਾ ਹਾਇਰ ਸਟੱਡੀਜ਼ ਲਈ ਦੁਨੀਆ ਦੇ ਹਰ ਕੋਨੇ ਤੇ ਅੱਜ ਯੂਨੀਵਰਸਿਟੀਜ਼ ਨੇ ਜਿੱਥੇ ਬੱਚੇ ਸਟੂਡੈਂਟਸ ਪੜ੍ਹ ਰਹੇ ਆ। ਤੇ ਹਿੰਦੁਸਤਾਨ 'ਚ ਵੀ ਤੁਹਾਨੂੰ ਪਤਾ ਸਾਊਥ ਦੇ ਵਿੱਚ ਕਿੰਨੀਆਂ ਯੂਨੀਵਰਸਿਟੀਜ਼ ਨੇ, ਦਿੱਲੀ ਤੱਕ ਕਿੰਨੇ ਬੱਚੇ ਸਾਡੇ ਪੜ੍ਹਦੇ ਆ। ਤੇ ਖਾਸ ਤੌਰ ਤੇ ਉਹ ਸਟੂਡੈਂਟਸ ਨੂੰ, ਕਿਉਂਕਿ ਛੁੱਟੀਆਂ ਬੜੀਆਂ ਥੋੜ੍ਹੀਆਂ ਹੁੰਦੀਆਂ, ਉਹ ਦਿਨ ਆਪਣੇ ਪੇਰੈਂਟਸ ਜਾਂ ਪੇਰੈਂਟਸ ਉਹਨਾਂ ਨੂੰ ਮਿਲਣ 'ਚ ਇਸ ਗੱਲ 'ਚ ਰਹਿ ਜਾਂਦੇ ਸੀ, ਉਹ ਇੱਕ ਤਾਂ ਉਹਨਾਂ ਦਾ ਬਹੁਤ ਜਿਹੜਾ ਘਟਿਆ ਇਹ ਸਮਾਂ। ਤੀਜੀ ਗੱਲ, सत श्रीकाल, मेरा नाम मीनाक्षी दुआ है, मैं रीजनल डायरेक्टर हूँ नॉर्दर्न रीजन की एयर इंडिया। जी, तो ये आज से जो एयरलाइन शुरू अपने फ्लाइट शुरू करने जा रहे हैं आप, जी, तो इसके बारे में थोड़ा बताइए क्या है? ये फ़्लाइट अब हमारे जो नई स्कीम गवर्नमेंट ने निकाली है, पूरे आम आदमी उसके अंडर है, उड़ान स्कीम के अंडर है हमारी, और ये कनेक्टिविटी बढ़ाने के लिए है। जो हमारे छोटे छोटे रीजन्स हैं, छोटे छोटे स्टेशन हैं, उसमें भी ये कनेक्टिविटी बढ़ जाती है इस तरह से। और जो छोटे रीजन्स, जो छोटे स्टेशन जब बढ़ते हैं तो वो मेट्रो से कनेक्ट होते हैं, मेट्रो से फिर वो इंटरनेशनल कनेक्टिविटी बनती है। इस तरह से पैसेंजर्स के लिए आना जाना बहुत आसान हो जाता है और कनेक्टिविटी अपने छोटे जगह से बड़ी जगह और बड़ी जगह से बड़ी है। अगर हम बात करें फ्लाइट्स की, नंबर ऑफ फ्लाइट्स की, एक हफ्ते में कितनी फ्लाइट जाएंगी, दिन में कितनी बार? अभी तो एक ही रहेगी। कितने दिन? रोज़ 4 दिन की है। कौन कौन से दिन है? वो दिन आपको हमारे
जो अलायंस के चीफ हैं उनसे सब कुछ डिटेल्स पता चल जाएंगे। जी, अगर एयरक्राफ्ट की बात करें तो एयरक्राफ्ट कौन सा एयरक्राफ्ट? ये 72 सीटर है हमारा एयरक्राफ्ट ATR, उसके अंदर आती है। जी, तो ये देखा गया कि पहले भी कई बार जो है एयर इंडिया की फ्लाइट्स भी शुरू हुई जी, और बिल्कुल। बंद हो गई, कुछ प्राइवेट एयरलाइंस ने भी शुरू की और कुछ महीने बाद बंद हो गई, तो क्या कारण समझते हैं आप? देखिए ये एक म्यूचुअल है, अगर ये इसीलिए इसको उड़ान के अंडर चलाया गया है और इसमें अभी जो रेट्स रखे हैं वो काफ़ी रीजनेबल अमाउंट सब्सिडाइज रेट्स रखे गए हैं और 2500 में आपको टिकट मिल रही है, तो आई थिंक इससे ज़्यादा रीजनेबल नहीं हो सकता। और इतनी जल्दी आप लोग उड़ान स्कीम के अंडर बाय एंड लार्ज 2500 की है एवरेज, बट वेरी करता रहेगा। बट यहाँ पे आप 1 घंटे के अंदर अंदर आप दिल्ली पहुँच जाते हैं और दिल्ली से आप कहीं भी कनेक्ट होना चाहते हैं तो आगे कनेक्ट हो जाते हैं। और ये अभी अगर ये स्कीम जिस तरह से चल रही है ये पूरे भारत में फैल जाने की है और इतने सारे स्टेशंस कनेक्ट हो जाएंगे तो आपके छोटे छोटे स्टेशंस बड़े स्टेशंस के साथ में कनेक्ट होते ही आप देखेंगे कि वो एकदम आप आपके व्यापार में, आपके कई चीज़ों में एकदम वृद्धि आएगी। जी मीनाक्षी जी, इन फ्यूचर आप ये जो फ्लाइट्स हैं ये नंबर ऑफ फ्लाइट्स बढ़ाएंगे और दूसरे स्टेशन के लिए भी जो है एक्सटेंड करेंगे इसको? फ्लाइट्स हमारी अभी पंजाब में भी हमने अभी बठिंडा बनाया और अभी हम लोग इसमें लॉन्च करने वाले हैं बीकानेर और नहीं, पठानकोट। अभी सानियाल एयरपोर्ट की बात करें तो कहाँ पे? सानियाल यहाँ पे एयरपोर्ट तो अभी हमारी यही फ्लाइट उड़ान शुरू हुई और इसकी फ्रीक्वेंसी, इसकी ड्यूरेशन, इसकी कितनी और फ्लाइट्स बढ़ानी, वो सब निर्भर रहेंगी हमारे सब पैसेंजर्स के ऊपर। अगर उड़ान में लोड ठीक होगा तो ऑब्वियसली इंसान चलेगा और उतनी उड़ानें और बढ़ेंगी। शुक्रिया। आज फर्स्ट टाइम ये फ्लाइट जा रहे हो, किस तरह का महसूस कर रहे हो? We are very excited because we used to take a train in the evening. फ्लाइट आ गई तो साਡਾ ਕੰਮ ਸੌਖਾ ਹੋ ਗਿਆ ਸਰ। We are working in sales so we can reach home at time. Otherwise ये शताब्दी पहुंची रात को 12 बजे पहुंचती है। तो we are very happy and very excited and thank you so much to Modi ji for this great achievement sir. ਤੁਹਾਨੂੰ ਲੱਗਦਾ ਕਿ ਬਿਜ਼ਨਸ ਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਟਾਈਮ ਇਹ ਸਹੀ ਹੈ ਜਾਂ ਅੱਗੇ ਹੋਰ ਟਾਈਮ ਤੇ ਚੇਂਜ ਕਰਨਾ ਚਾਹੀਦਾ, ਸਵੇਰੇ ਹੋਣੀ ਚਾਹੀਦੀ ਹੈ, ਸ਼ਾਮੀ ਕਿ ਹੋਣੀ ਚਾਹੀਦੀ ਹੈ ਕਿ ਆਪਣਾ ਕੰਮ ਅਸੀਂ ਨਿਪਟਾ ਸਕੀਏ ਟਾਈਮ ਨਾਲ। तो ਇਹ ਹੈ ਪ੍ਰੋਬਲਮ ਤੇ ਹੈ ਪਰ ਫਿਰ ਵੀ better than train मतलब सर्विसेज। सो थैंक यू सो मच एंड ऑल द वेरी बेस्ट सर। थैंक यू। तो आपको क्या लगता है कितनी कन्वीनियंट है आप अपने? नहीं, इट इज़ ए वंडरफुल एक्सपीरियंस। ये बहुत अच्छा अनुभव हो रहा है। लुधियाना के लिए बहुत पहले हो जाना चाहिए था। लुधियाना को हिंदुस्तान के मैनचेस्टर माना जाता है और यहाँ पूरे पंजाब का ये फाइनेंशियल कैपिटल है, तो यहाँ फ़्लाइट नहीं होता था। केरला जैसे एक छोटा स्टेट है, वहाँ 4-5 एयरपोर्ट इंटरनेशनल है, तो पंजाब में मैं समझता हूँ इसको तो इंटरनेशनल एयरपोर्ट बनाना चाहिए आने वाले समय में। जैसे अमृतसर है, चंडीगढ़ है, तो लुधियाना को भी और डेवलप करके यहाँ से फिर बॉम्बे, चेन्नई और बड़े बड़े शहरों के लिए फ़्लाइट की सेवाएं उपलब्ध होना चाहिए। मैं पंजाब नेशनल बैंक का यहाँ सर्किल हेड हूँ, मंडल प्रमुख, तो हमारे मुख्य कार्यालय भी जो है वो दिल्ली में है, तो इससे हमारे बैंक के भी कार्य में काफ़ी इसका अच्छा प्रभाव पड़ेगा और यहाँ के जो क्लाइंट्स के काम है, जो कस्टमर्स के काम है, जो दिल्ली से हमारे मुख्यालय से होता है, उसमें और आसानी होगी, उनका काम जल्दी हो पाएगा और बहुत अच्छा अनुभव हो रहा है। थैंक